ਤੇ ਸ਼ਰਮਾ ਜੀ ਗੱਲ ਕਰੀਏ ਪੰਜਾਬ ਦੇ ਕਰਜ਼ੇ ਦੀ ਤੇ ਨਾਲੋਂ ਨਾਲ ਪੰਜਾਬ ਦਾ ਜਿਹੜਾ ਹੱਕ ਹਕੂਕ ਹੈ ਜਿਹੜਾ ਕੇਂਦਰ ਦੇ ਨਹੀਂ ਰਿਹਾ। ਕਹਿੰਦੇ ਕੇਂਦਰ ਹੈ ਜਿਹੜਾ ਪੰਜਾਬ ਦੇ 8,000 ਕਰੋੜ ਰੁਪਏ ਤੇ ਕੁੰਡਲੀ ਮਾਰ ਕੇ ਬੈਠਾ ਜੀ। ਪ੍ਰਵੀਨ ਜੀ, ਆਪਾਂ ਚੰਦ ਦਿਨ ਪਹਿਲਾਂ ਹੀ 650 ਕਰੋੜ ਦੇ ਹਵਾਲੇ ਨਾਲ ਇੱਕ ਚਰਚਾ ਕਰਕੇ ਹਟੇ ਆ ਹਾਂਜੀ ਹਾਂਜੀ ਕਿ ਕੇਂਦਰ ਨੇ ਸਾਡੇ ਜਿਹੜੇ ਮੁੱਢਲੇ ਸਿਹਤ ਕੇਂਦਰ ਆ ਉਹਨਾਂ ਦਾ 650 ਕਰੋੜ ਰੁਪਈਆ ਰੋਕਿਆ ਹੋਇਆ ਜੀ। ਤੇ ਉਹਦੇ ਵਿੱਚ ਉਹਨਾਂ ਦੇ ਤਰਕ ਨੇ ਜਿਹੜੇ ਉਹ ਰਾਜਨੀਤੀਕਰਨ ਕਰਕੇ ਵੀ ਸਮਝ ਆਉਂਦੇ ਨੇ ਤੇ ਇੱਧਰ ਦੀਆਂ ਸਰਕਾਰ ਦੀਆਂ ਨਲਾਇਕੀਆਂ ਕਰਕੇ ਵੀ ਸਮਝ ਆਉਂਦੇ। ਪਰ ਹੁਣ ਲਗਾਤਾਰ ਲੋਕ ਸਭਾ ਤੇ ਰਾਜ ਸਭਾ ਦਾ ਸਾਡਾ ਸਰਦਰ ਉੱਤੇ ਇਜਲਾਸ ਹੈ ਜਿਹੜਾ ਉਹ ਚੱਲ ਰਿਹਾ ਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਆਪੋ ਆਪਣੀ ਗੱਲ ਵੀ ਰੱਖ ਰਹੇ ਨੇ ਜੀ। ਜਿਹੜੀਆਂ ਪਾਰਟੀਆਂ ਨਾਲ ਸੰਬੰਧਿਤ ਨੇ ਉਹ ਆਪਣੀ ਪਾਰਟੀ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਪੰਜਾਬ ਦੇ ਮੁੱਦਿਆਂ ਨੂੰ ਉੱਥੇ ਰੱਖ ਵੀ ਰਹੇ ਜੀ। ਤੇ ਫਰਕ ਸਿਰਫ ਇੰਨਾ ਕਿ ਸੱਤਾਧਾਰੀ ਧਿਰ ਨਾਲ ਸੰਬੰਧਿਤ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਦੀਆਂ ਉੱਥੇ ਰੱਖੀ ਹੋਈਆਂ ਗੱਲਾਂ ਅਖਬਾਰਾਂ 'ਚ ਸੁਰਖੀਆਂ ਬਣ ਜਾਂਦੀਆਂ, ਬਾਕੀ ਦੀ ਗੱਲਾਂ ਸੋਸ਼ਲ ਮੀਡੀਆ ਤੇ ਰਹਿ ਜਾਂਦੀਆਂ ਜੀ। ਪਰ ਇਹਦੇ ਵਿੱਚ ਇੱਕ ਪਹਿਲੂ ਜਿਹੜਾ ਉੱਪਰ ਕਿਹਾ ਉਹ ਅਹਿਮ ਹੈ ਕਿ ਕੱਲਾ ਸਿਹਤ ਮਾਮਲਾ ਹੀ ਨਹੀਂ, ਕੱਲਾ ਪੇਂਡੂ ਵਿਕਾਸ ਫੰਡ ਇਹ ਨਹੀਂ ਜੀ, ਲਗਭਗ ਵੱਖੋ-ਵੱਖ ਤਰ੍ਹਾਂ ਦੇ ਫੰਡ ਜਿਹੜੇ ਪੰਜਾਬ ਦੇ ਸਿਹਤ ਲਈ, ਪੰਜਾਬ ਦੇ ਵਿਕਾਸ ਲਈ, ਪੰਜਾਬ ਦੇ ਪਿੰਡਾਂ ਦੇ ਲਈ, ਸ਼ਹਿਰਾਂ ਦੇ ਲਈ, ਹੋਰ ਵੱਖੋ ਪ੍ਰੋਜੈਕਟਾਂ ਦੇ ਲਈ ਜਿਹੜੇ ਪੈਸੇ ਅਦਾਇਗੀ ਕੇਂਦਰ ਨੇ ਕਰਨੀ ਹੈ ਉਹ ਵੀ ਨਹੀਂ ਕਰ ਰਿਹਾ। ਇੱਕ ਤਾਂ ਹੁੰਦਾ ਕਿ ਕੋਈ ਨਵੀਂ ਤਜਵੀਜ਼ ਜਾਵੇ, ਨਵਾਂ ਪ੍ਰੋਜੈਕਟ ਜਾਵੇ, ਨਵੀਂ ਕੋਈ ਡਿਮਾਂਡ ਜਾਵੇ, ਇੱਕ ਤਾਂ ਉਹ ਪੱਖ ਹੁੰਦਾ। ਇੱਕ ਹੁੰਦਾ ਕਿ ਇੱਕ ਤੈਅ ਹੋਇਆ ਪੈਮਾਨਾ, ਇੱਕ ਪ੍ਰੋਜੈਕਟ ਪਾਸ ਹੋਏ ਨੇ, ਇੱਕ ਯੋਜਨਾਵਾਂ ਤਹਿਤ ਤੁਸੀਂ ਦੇਣੇ ਹੀ ਨੇ, ਇਹ ਉਹ ਫੰਡ ਨੇ ਜੀ। ਔਰ ਕੁੱਲ ਕਰੀਬ 8,000 ਕਰੋੜ ਦੇ ਕਰੀਬ ਇਹ ਪੈਸਾ ਹੈ ਜਿਹੜਾ ਕੇਂਦਰ, ਜੇ ਮੈਂ ਸਿੱਧਾ ਕਹਾਂ ਤਾਂ ਉਹਦੇ ਉੱਪਰ ਕੁੰਡਲੀ ਮਾਰ ਕੇ ਬੈਠਾ ਹੈ। ਠੀਕ ਹੈ ਜੀ। ਮਤਲਬ ਇਹ ਪੰਜਾਬ ਦੇ ਪੈਸਾ ਸਿੱਧਾ ਦੱਬ ਕੇ ਬੈਠਾ ਹੈ। ਸੰਦੀਪ ਪਾਠਕ ਵੀ ਕੱਲ ਰਾਜ ਸਭਾ ਦੇ ਵਿੱਚ ਪੇਂਡੂ ਵਿਕਾਸ ਫੰਡ ਨੂੰ ਲੈ ਕੇ ਮੁੱਦਾ ਚੱਕ ਰਹੇ ਸੀ ਤੇ ਆਪਾਂ ਇਹਦੇ ਪਰ ਲੰਮੇ ਸਮੇਂ ਤੋਂ ਗੱਲ ਕਰਦੇ ਆ ਰਹੇ ਹਾਂ। ਪੰਜਾਬ ਦਾ ਪੇਂਡੂ ਵਿਕਾਸ ਫੰਡ ਕਰੀਬ 5,000 ਕਰੋੜ ਤੋਂ ਵੱਧ ਹੈ ਜਿਹੜਾ ਉੱਥੇ ਰੁਕਿਆ ਹੋਇਆ ਜੀ। ਮਤਲਬ ਸਿੱਧੇ ਰੂਪ 'ਚ 4,807 ਕਰੋੜ ਹੈ ਜਿਹੜਾ RDF ਹੈ, ਪਰ ਜੇਕਰ ਹੁਣ ਤੱਕ ਵਾਲਾ ਉਹਦੇ ਬਾਅਦ ਵਾਲਾ ਵੀ ਆਪਾਂ ਮਿਲਾ ਲਈਏ ਤਾਂ ਇਹ 5400-5500 ਕਰੋੜ ਰੁਪਈਆ ਬਣਦਾ। ਪ੍ਰਵੀਨ ਜੀ, ਜੇਕਰ ਮੈਂ ਪੇਂਡੂ ਵਿਕਾਸ ਫੰਡ ਦੇ ਹਵਾਲੇ ਨਾਲ ਸਿੰਪਲ ਗੱਲ ਕਰਨੀ ਹੋਵੇ ਤਾਂ ਇਹ ਸਧਾਰਨ ਲਫ਼ਜ਼ਾਂ ਦੇ ਵਿੱਚ ਹਰ ਬੰਦੇ ਨੂੰ ਸਮਝ ਆਉਂਦੀ ਆ ਕਿ ਪੇਂਡੂ ਵਿਕਾਸ ਫੰਡ ਦਾ ਮਤਲਬ ਪਿੰਡਾਂ ਦਾ ਵਿਕਾਸ ਤੇ ਪਿੰਡਾਂ ਦਾ ਵਿਕਾਸ ਦਾ ਅਹਿਮ ਪਹਿਲੂ ਹੈ ਸਾਡਾ ਲਿੰਕ ਸੜਕਾਂ, ਸਾਡੀਆਂ ਸ਼ਹਿਰਾਂ ਤੇ ਕਸਬਿਆਂ ਨਾਲ ਜੁੜਦੀਆਂ ਤੇ ਉਹਦੇ ਨਾਲ ਇਹ ਸਾਡਾ ਮੰਡੀਆਂ ਦੀ ਰੱਖ ਰਖਾਵ, ਪਿੰਡਾਂ ਦੇ ਪਾਣੀ ਦਾ ਨਿਕਾਸੀ, ਪਿੰਡਾਂ ਦੇ ਪਾਣੀ ਵਾਲਾ ਪ੍ਰਬੰਧ, ਇਹ ਸਾਰਾ ਉਸ ਦੇ ਵਿੱਚ ਆਉਂਦਾ ਜੀ। 64,878 ਕਿਲੋਮੀਟਰ ਪਿੰਡਾਂ ਦੀਆਂ ਲਿੰਕ ਸੜਕਾਂ ਨੇ। ਠੀਕ ਹੈ, ਇਹ ਛੋਟਾ ਦਾਇਰਾ ਨਹੀਂ ਹੈ। 64,878 ਪਿੰਡਾਂ ਦੀਆਂ ਉਹ ਲਿੰਕ ਸੜਕਾਂ ਨੇ ਜਿਹੜੀਆਂ ਅਨਾਜ ਮੰਡੀਆਂ ਤੱਕ ਜਾਂਦੀਆਂ ਨੇ, ਜਿਹੜੀਆਂ ਮੰਡੀਆਂ ਨੂੰ ਨਾਲ ਸਾਡੇ ਪਿੰਡਾਂ ਨਾਲ ਜੋੜਦੀਆਂ ਨੇ। ਔਰ ਹਰ 5 ਤੋਂ 6 ਸਾਲ ਬਾਅਦ ਇਹਨਾਂ ਦੀ ਮੁਰੰਮਤ ਲਾਜ਼ਮੀ ਹੈ ਜੀ ਸੜਕਾਂ ਦੀ। ਸੋ ਜੇ 6 ਸਾਲ ਦੇ ਹਵਾਲੇ ਨਾਲ ਵੀ ਆਪਾਂ ਦੇਖੀਏ, ਕਹਿੰਦੇ 2022-23 ਦੇ ਵਿੱਚ 4,000 ਤੋਂ ਵੱਧ 4,500 ਕਿਲੋਮੀਟਰ ਦੇ ਕਰੀਬ ਸੜਕਾਂ ਦੀ ਮਤਲਬ ਕਿ ਦੁਬਾਰਾ ਰਿਪੇਅਰ ਦਾ ਕੰਮ ਬਕਾਇਆ ਖੜਾ ਜੀ, ਜਿਹਦੇ ਲਈ ਕਰੀਬ 692 ਕਰੋੜ ਰੁਪਏ ਦੀ ਤੁਰੰਤ ਜ਼ਰੂਰਤ ਹੈ। ਠੀਕ ਹੈ। ਇਸੇ ਤਰ੍ਹਾਂ 22-23-24 ਦੇ ਵਿੱਚ ਵੀ 8,000 ਕਿਲੋਮੀਟਰ ਤੋਂ ਵੱਧ ਸੜਕਾਂ ਦਾ ਮੁਰੰਮਤ ਦਾ ਕੰਮ ਖੜਾ ਹੈ। ਉਹਦੇ ਲਈ ਵੀ ਮਤਲਬ ਜੇਕਰ ਆਪਾਂ ਗੱਲ ਕਰੀ 31 ਮਾਰਚ 2024 ਤੱਕ ਜੇਕਰ ਸੜਕਾਂ ਦੀ ਰਿਪੇਅਰ ਹੁੰਦੀ ਹੈ ਤਾਂ ਉਹਦੇ ਲਈ ਵੀ 2,000 ਕਰੋੜ ਦੇ ਕਰੀਬ ਫੰਡ ਚਾਹੀਦਾ ਤੇ ਇਸ ਲਈ ਇਹ ਉਹ ਹੈ। ਇਹ ਤੋਂ ਬਿਨਾਂ ਬਾਕੀ ਮੰਡੀਆਂ ਦੇ ਲਈ ਤੇ ਹੋਰ ਸਾਰੇ ਲਈ ਸੋ ਜਿਹੜਾ ਇੱਕ ਤੈਅ ਪੈਮਾਨਾ ਹੈ ਕਿ ਤੁਸੀਂ ਸਾਡੀ ਖਰੀਦ ਕਰਦੇ ਹੋ, ਜਿਹੜੀ ਉਸ ਖਰੀਦ ਦੇ ਹਵਾਲੇ ਨਾਲ ਸਾਡਾ ਜਿਹੜਾ ਪਰਸੈਂਟੇਜ ਬਣ ਕੇ ਤੁਸੀਂ ਤੈਅ ਕੀਤਾ ਉਹ ਸਾਡਾ ਪੇਂਡੂ ਵਿਕਾਸ ਫੰਡ ਸਾਨੂੰ ਮਿਲਣਾ ਤੇ ਤੁਸੀਂ ਇੱਕ ਪਾਸੇ ਦਮ ਭਰਦੇ ਹੋ ਕਿ ਖਰੀਦ ਤੇ 24 ਘੰਟਿਆਂ 'ਚ ਅਦਾਇਗੀ। ਇਹ ਅਦਾਇਗੀ ਜਿੱਥੇ ਕਿਸਾਨ ਨੂੰ ਹੁੰਦੀ ਹੈ ਉੱਥੇ ਪੰਜਾਬ ਵੀ ਤਾਂ ਉਹਦੇ ਵਿੱਚ ਉਸੇ ਭੂਮਿਕਾ 'ਚ ਹੈ ਨਾ। ਹਾਂਜੀ, ਅਨਾਜ ਖਰੀਦਣ ਦੇ ਵਿੱਚ ਜਿਹੜਾ ਮੰਡੀ ਬੋਰਡ ਕੰਮ ਨਿਭਾ ਰਿਹਾ ਹੈ ਤੇ ਫਿਰ ਮੰਡੀ ਬੋਰਡ ਨੂੰ ਉਹਦੀ ਅਦਾਇਗੀ ਕਿਉਂ ਨਹੀਂ ਕਰਨੀ ਬਈ? ਇਹ ਸਾਰੇ ਕਾਰਜ ਮੰਡੀ ਬੋਰਡ ਦੇ ਹਵਾਲੇ ਨਾਲੇ ਨੇ। ਸੋ 5500 ਕਰੋੜ ਦੇ ਕਰੀਬ ਇਹ ਪੈਸਾ ਰੋਕਿਆ ਹੋਇਆ ਜੀ। ਇਹ ਤੋਂ ਬਾਅਦ ਆਪਾਂ 3 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਕਿ ਉਹਨਾਂ ਨੇ ਨੁਕਤਾ ਲਾਇਆ ਕਿ ਜੀ ਤੁਹਾਡੇ ਮੁੱਢਲੇ ਸਿਹਤ ਕੇਂਦਰ ਉਸ ਰੂਪ 'ਚ ਨਹੀਂ ਹੈਗੇ ਹੈ, ਤੁਹਾਡੇ ਪ੍ਰਾਇਮਰੀ ਹੈਲਥ ਸੈਂਟਰਾਂ ਦੀ ਉਹ ਦਿੱਖ ਨਹੀਂ ਹੈਗੀ ਹੈ, ਇਸ ਲਈ ਅਸੀਂ ਪੈਸਾ ਰੋਕ ਰਹੇ ਹਾਂ। ਕੇਂਦਰ ਆਪਣੀ ਟੀਮ ਭੇਜੇ, ਕੇਂਦਰ ਆਪਣੇ ਨੁਮਾਇੰਦੇ ਭੇਜੇ, ਪੰਜਾਬ ਸਰਕਾਰ ਨਾਲ ਬੈਠਕ ਕਰੋ, ਪੰਜਾਬ ਦੇ ਸਿਹਤ ਮੰਤਰਾਲੇ ਨਾਲ ਬੈਠਕ ਕਰੋ,
ਹੈ, ਮੌਕੇ ਦਾ ਘਟਨਾਕ੍ਰਮ ਦਾ ਦੌਰਾ ਕਰੋ, ਉਹਨਾਂ ਨੂੰ ਉੱਥੇ ਹਦਾਇਤਾਂ ਦਿਓ, ਸਮਾਂ ਹੱਦ ਦਿਓ, ਇੰਨੇ ਦੇਰ ਚ ਆਹ ਚੀਜ਼ ਚਾਹੀਦੀ ਹੈ, ਏਦਾਂ ਹੀ ਚਾਹੀਦੀ ਆ। ਪਰ ਪੈਸਾ ਰੋਕਣ ਵਾਲਾ ਕਿਹੜਾ ਤਰੀਕਾ ਜਨਾਬ? ਤੁਸੀਂ ਫਾਰਮੈਲਿਟੀਆਂ ਪੂਰੀਆਂ ਕਰਾ ਲਓ, ਉਹ ਸਰਕਾਰ ਦੇ ਲੈਵਲ ਤੇ ਹੈ ਨਾ। ਪੈਸਾ ਤਾਂ ਪੰਜਾਬ ਲਈ ਆਉਣਾ ਨਾ, ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਲਈ ਆਉਣਾ ਨਾ। ਲੋਕਾਂ ਦਾ ਕੀ ਕਸੂਰ? ਬਿਲਕੁਲ ਪੰਜਾਬ ਦੇ ਲੋਕਾਂ ਦਾ। ਤੁਹਾਡਾ ਰਾਜਨੀਤਿਕ ਟਕਰਾਅ ਟੱਕਰੋ, ਤੁਹਾਡਾ ਦਫ਼ਤਰੀ ਬਾਬੂਆਂ ਦਾ ਆਪਸੀ ਕੋਈ ਫਾਈਲਾਂ ਦਾ ਮੇਲ ਮਿਲਾਪ ਨਹੀਂ ਹੋ ਰਿਹਾ, ਮਿਲੋ। ਪੰਜਾਬ ਦਾ ਪੈਸਾ ਰੋਕਣ ਦਾ ਮਤਲਬ ਇਹ ਸਿੱਧਾ ਕੇਂਦਰ ਦਾ ਧੱਕਾ ਹੈ ਪੰਜਾਬ ਨਾਲ ਜੀ। ਇਹ ਜੀ ਦੋ ਤਰ੍ਹਾਂ ਦਾ ਪੈਸਾ, ਇੱਕ ਆਪਾਂ 650 ਕਰੋੜ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਦੂਸਰਾ ਕੇਂਦਰ ਦੀਆਂ ਕੁਝ ਯੋਜਨਾਵਾਂ ਨੇ ਪ੍ਰਵੀਨ ਜੀ, ਜਿਵੇਂ ਉਹ ਕਹਿੰਦੇ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ, ਇਹਦਾ ਕਰੀਬ 1100 ਕਰੋੜ ਤੋਂ ਵੱਧ ਦਾ ਪੈਸਾ ਸਾਡਾ, ਠੀਕ ਹੈ, ਜਿਹਦੇ ਵਿੱਚੋਂ 400 ਕਰੋੜ ਜਾਰੀ ਵੀ ਹੋ ਗਿਆ ਜੀ, ਤੇ ਬਾਅਦ ਚੋਂ ਜਿਹੜਾ 700 ਕਰੋੜ ਕੁਝ ਸੀਗਾ ਉਹਦੇ ਪਰ ਰੋਕ ਲਾ ਲਈ ਹੁਣ, ਠੀਕ ਹੈ। ਇਹ ਨਹੀਂ ਦਿੰਦੇ ਜੀ ਕਹਿੰਦੇ। ਇਸੇ ਤਰ੍ਹਾਂ 1837 ਕਰੋੜ ਰੁਪਈਆ ਸਾਡਾ ਜਿਹੜਾ ਵੱਖ-ਵੱਖ ਪ੍ਰੋਜੈਕਟਾਂ ਦੇ ਹਵਾਲੇ ਨਾਲ ਸਾਡਾ ਆਉਣਾ, ਲਗਭਗ 2000 ਕਰੋੜ ਦੇ ਕਰੀਬ ਇਹ ਰਾਸ਼ੀ ਹੈ ਨਾ। ਉਹ ਜਿਹੜਾ ਮਤਲਬ ਵਿਸ਼ੇਸ਼ ਸਹਾਇਤਾ ਵਜੋਂ ਦਿੱਤੇ ਜਾਂਦੇ ਨੇ ਕਿ ਆਹ ਪ੍ਰੋਜੈਕਟ ਨੇ, ਜੋ ਪ੍ਰੋਜੈਕਟ ਪਹਿਲਾਂ ਬਣ ਕੇ ਚਲੇ ਜਾਂਦੇ ਨੇ। 103 ਵਿਕਾਸ ਪ੍ਰੋਜੈਕਟ ਨੇ ਸਾਡੇ, 100 ਤੋਂ ਵੱਧ ਵਿਕਾਸ ਪ੍ਰੋਜੈਕਟ ਨੇ ਜਿਹੜੇ ਹੁਣ ਸਿੱਧੇ ਰੁਕ ਗਏ ਇਹ ਪੈਸੇ ਨਾ ਆਉਣ ਨਾਲ। ਮਤਲਬ ਇੱਕ ਤਰੀਕਾ ਹੁੰਦਾ ਹੈ ਕਿ ਤੁਸੀਂ ਇੰਨਾ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਦੋ ਕਿ ਲੋਕ ਕਹਿਣ ਯਾਰ ਕਿ ਇਹਦੇ ਨਾਲ ਤਾਂ ਇਹਨਾਂ ਨੂੰ ਇਹ ਚੁਣ ਲਓ। ਕੀ ਇਹ ਤਰੀਕਾ ਅਪਣਾ ਰਹੀ ਹੈ ਭਾਜਪਾ? ਬਾਮ ਰੋਡ ਵਾਲਾ ਕੀ ਭਾਜਪਾ ਇਸ ਤਰੀਕੇ ਦੇ ਲੋਕ ਕਹਿਣ ਕਿ ਅੱਛਾ, ਉਹ ਕਿਉਂਕਿ ਮੋਦੀ ਜੀ ਕਹਿੰਦੇ ਆ ਨਾ ਕਿ ਡਬਲ ਇੰਜਣ। ਹਾਂਜੀ, ਬਹੁਤ ਪ੍ਰਚਾਰਿਆ ਜਾਂਦਾ ਕਿ ਮੋਦੀ ਜੀ ਤੁਸੀਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੇ ਸੂਬੇ ਦੀ ਜਿਹੜੀ ਸਰਕਾਰ ਚੁਣੀ ਜਾਂਦੀ ਉਹ ਸੂਬੇ ਦੀ ਸਰਕਾਰ, ਪਾਰਟੀਬਾਜੀ ਚੋਂ ਤਾਂ ਨਿਕਲੇ ਹੋ, ਦੇਸ਼ ਨੇ ਤੁਹਾਨੂੰ ਪ੍ਰਧਾਨ ਮੰਤਰੀ ਤੱਕ ਬਣਾਤਾ। ਸਰਕਾਰ ਦਾ ਕੀ ਮਤਲਬ? ਜਿਹੜੀ ਲੋਕਾਂ ਨੇ ਸਰਕਾਰ ਚੁਣੀ ਉਹ ਗਲਤ, ਜੇ ਤੁਹਾਡੇ ਵਾਲੀ ਪਾਰਟੀ ਚੁਣ ਲਈ ਤਾਂ ਲੋਕ ਸਹੀ। ਇਹ ਪੰਜਾਬ ਨੇ ਦੇਖਣਾ ਅਗਲੀ ਵਾਰ ਕਿ ਇਹਨਾਂ ਨੂੰ ਚੁਣਨਾ, ਆਪ ਨੂੰ ਨਹੀਂ ਚੁਣਨਾ। ਜੇ ਨਲਾਇਕ ਹੋਣਗੇ ਨਹੀਂ ਚੁਣੂਗਾ, ਪਹਿਲੇ ਨਲਾਇਕ ਨਿਕਲ ਕੇ ਲੋਕਾਂ ਨੇ ਲਾਂਭੇ ਕਰਤੇ। ਭਾਜਪਾ ਇਸ ਕਦਰ ਉਹਨਾਂ ਸੂਬਿਆਂ ਨਾਲ ਧੱਕਾ ਕਰ ਰਹੀ ਹੈ ਜਿੱਥੇ ਜਿੱਥੇ ਭਾਜਪਾ ਦੀ ਜਾਂ ਉਹਨਾਂ ਦੀ ਭਾਈਵਾਲਾਂ ਦੀ ਸਰਕਾਰ ਨਹੀਂ ਹੈ ਕਿ ਉਹਨਾਂ ਦੇ ਹਰ ਤਰੀਕੇ ਦੇ ਫੰਡ ਰੋਕ ਲਓ। ਹੁਣ ਸਾਡੇ ਪਿੰਡਾਂ ਵਾਲੇ ਫੰਡ ਵੀ ਰੋਕ ਲਏ, ਸਾਡੇ ਸਿਹਤ ਵਾਲੇ ਫੰਡ ਵੀ ਰੋਕ ਲਏ, ਸਾਡੇ ਵਿਕਾਸ ਪ੍ਰੋਜੈਕਟਾਂ ਵਾਲੇ ਫੰਡ ਵੀ ਰੋਕ ਲਏ, ਸਾਡੇ ਸਿੱਖਿਆ ਵਾਲੇ ਪ੍ਰੋਜੈਕਟਾਂ ਦੇ ਵਿੱਚ ਵੀ ਅੜਿੱਕਾ। 8000 ਕਰੋੜ ਤੋਂ ਵੱਧ ਦਾ ਫੰਡ ਸਿੱਧਾ ਰੋਕਿਆ ਜੀ। ਤੇ ਇਹ ਤੋਂ ਬਿਨਾਂ ਜੀਐਸਟੀ ਵਾਲਾ ਮਸਲਾ ਵੱਖਰਾ ਹੈ। ਠੀਕ ਹੈ, ਇਹ ਤੋਂ ਬਿਨਾਂ ਵੱਖਰਾ ਹੈ ਕਿ ਜੀਐਸਟੀ ਵਾਲੇ ਸਾਡੇ ਕਿੰਨਾ ਬਕਾਇਆ ਅੜ ਕੇ ਚੱਲਦਾ, ਰੁਕ ਕੇ ਚੱਲਦਾ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ 1837 ਕਰੋੜ ਦੀ ਆਪਾਂ ਇੱਕ ਗੱਲ ਕਰਕੇ ਹਟਿਆ, 5500 ਕਰੋੜ ਦੀ ਇੱਕ ਗੱਲ ਕਰਕੇ ਹਟਿਆ, 650 ਕਰੋੜ ਦਾ ਇੱਕ ਮਸਲਾ ਹੈ, 1100 ਕਰੋੜ ਵਾਲਾ ਇੱਕ ਹੈ। ਏਦਾਂ 8000 ਕਰੋੜ ਤੋਂ ਉੱਪਰ ਦਾ ਇਹ ਫੰਡ ਹੈ ਜਿਹੜਾ ਕੇਂਦਰ ਕੁੰਡਲੀ ਮਾਰ ਕੇ ਬੈਠਾ ਹੈ ਔਰ ਇਹ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ। ਹਾਂ, ਜੇ ਬਾਦਲਾਂ ਨੇ ਇਹਦੇ ਵਿੱਚੋਂ ਸੰਗਤ ਦਰਸ਼ਨ ਦੇ ਨਾਂ ਤੇ ਗਲਤ ਤਰੀਕੇ ਨਾਲ ਵਰਤੇ, ਤੁਸੀਂ ਰੋਕ ਲਾਈ, ਤੁਸੀਂ ਸਵਾਲ ਕੀਤਾ। ਜੇ ਕੈਪਟਨ ਨੇ ਕੀਤਾ ਤੁਸੀਂ ਉਸ ਸਮੇਂ ਲਾਈ, ਤੇ ਹੁਣ ਵਾਲੇ ਕਰਨ। ਇਹ ਤਰੀਕਾ ਨਹੀਂ ਹੋਣਾ ਚਾਹੀਦਾ। ਗੁਰਮੀਤ ਖੁੱਡੀਆਂ ਹੋਰੀ ਦੱਸ ਰਹੇ ਨੇ, ਕਹਿੰਦੇ ਪੇਂਡੂ ਵਿਕਾਸ ਫੰਡ ਦੇ ਉੱਤੇ 2021 ਤੋਂ ਲਗਭਗ ਜ਼ਿਆਦਾ ਸਖਤੀ ਨਾਲ ਰੋਕ ਲੱਗਣੀ ਸ਼ੁਰੂ ਹੋਈ, ਜਦੋਂ ਕਿ ਕੈਪਟਨ ਸਮੇਂ ਵੀ ਇਹ ਮਸਲਾ ਇੱਕ ਵਾਰ ਬਣਿਆ ਸੀ। ਹਾਂਜੀ, ਉਸ ਸਮੇਂ ਵੀ ਇਹ ਮੁੱਦਾ ਉੱਠਿਆ ਸੀਗਾ, ਹੈ ਨਾ। 2021-22 ਦਾ ਸਾਡਾ 1110 ਕਰੋੜ ਸਿੱਧਾ ਰੋਕਿਆ ਹੋਇਆ, 22-23 ਦਾ 1762 ਕਰੋੜ ਰੋਕਿਆ ਹੋਇਆ, 23-24 ਦੇ ਵਿੱਚ ਵੀ 1935 ਕਰੋੜ ਰੋਕਿਆ ਹੋਇਆ, ਤੇ 4807 ਕਰੋੜ ਦਾ ਸਿੱਧਾ ਹਿਸਾਬ ਹੈ। ਤੇ ਕੁੱਲ ਕਹਿੰਦੇ ਅੱਜ ਦੀ ਤਰੀਕ ਤੱਕ 5500 ਕਰੋੜ ਦਾ ਬਣਦਾ ਹੈ। ਤੇ ਇਹ ਖੁੱਡੀਆਂ ਹੋਰੀ ਕਹਿੰਦੇ ਕਿ ਖੁਦ ਮੰਤਰੀ ਸਾਹਿਬ ਜਾ ਕੇ ਉੱਥੇ ਦੇ ਵਿੱਤ ਮੰਤਰਾਲੇ ਨੂੰ, ਵਿੱਤ ਮੰਤਰੀ ਨੂੰ, ਸਾਰਿਆਂ ਨਾਲ ਰਾਬਤਾ ਕਰਕੇ ਸਾਰੇ ਦਸਤਾਵੇਜ਼ ਸੌਂਪ ਚੁੱਕੇ ਨੇ। ਠੀਕ ਹੈ। ਦੂਏ ਪਾਸੇ ਮੇਰੇ ਕੋਲ ਇਹ ਵੀ ਜਾਣਕਾਰੀ ਹੈ ਕਿ ਬਕਾਇਦਾ ਤੌਰ ਤੇ ਸਿਹਤ ਵਿਭਾਗ ਹੁਣ ਇਹਦੇ ਹਿੱਲੇ ਕੱਢਣ ਦੇ ਤਰੀਕੇ ਕਰ ਰਿਹਾ ਕਿ ਆਪਾਂ ਇਹਦੇ ਵਿੱਚੋਂ ਕਿਵੇਂ ਬਾਹਰ ਆਈਏ। ਉਹ ਕਹਿੰਦੇ ਜੀ ਇਤਰਾਜ਼ ਦੂਰ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ। ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਵੱਖ-ਵੱਖ ਸਿਹਤ ਵਿਭਾਗ ਜਾਂ ਹੋਰ ਸੰਬੰਧਿਤ ਵਿਭਾਗਾਂ ਨੂੰ ਕਿ ਜਿਹੜੇ ਪੈਸੇ ਰੁਕੇ ਨੇ ਸਾਡੇ, ਉਹਨਾਂ ਦੇ ਜਿਹੜੇ ਇਤਰਾਜ਼ ਨੇ ਉਹ ਤੁਰੰਤ ਦੂਰ ਕਰੋ ਜੀ। ਸੋ ਇਸ ਲਈ ਇਹ ਇੱਕ ਬਹਾਨੇਬਾਜ਼ੀ ਹੈ, ਤੇ ਇਹ ਬਹਾਨਾ ਸਿਰਫ ਤੇ ਸਿਰਫ ਇਸ ਲਈ ਹੈ ਕਿ ਪੰਜਾਬ 'ਚ ਭਾਜਪਾ ਦੀ ਸਰਕਾਰ ਨਹੀਂ ਹੈ ਤੇ ਸਾਡਾ 8000 ਕਰੋੜ ਰੁਪਈਆ ਰੋਕ ਕੇ ਪੰਜਾਬ ਨੂੰ ਲੀਹ ਤੋਂ ਲਾਉਣ ਦੀ ਕੋਸ਼ਿਸ਼ ਹੈ, ਤਾਂ ਕਿ ਫਿਰ ਕੱਲ ਨੂੰ ਪ੍ਰਚਾਰੀਏ ਕਿ ਡਬਲ ਇੰਜਣ ਬਣਾਓ ਤਾਂ ਤੁਹਾਡੀ ਗੱਡੀ ਪਟੜੀ ਲੀਹ ਤੇ ਚੱਲੂਗੀ ਤੁਹਾਡੀ ਗੱਡੀ। ਸੋ ਇਸ ਲਈ ਇਹ ਇੱਕ ਸ਼ਰਾਰਤ ਹੈ।
ਜਦੋਂ ਤੁਸੀਂ ਬਾਂਹ ਮਰੋੜਦੇ ਹੋ ਨਾ ਲੋਕਾਂ ਦੀ, ਧੱਕੇ ਨਾਲ ਆਪਣੇ ਰਾਜਸੀ ਹਿੱਤਾਂ ਦੇ ਲਈ ਜਾਂ ਸਿਆਸਤ ਦੇ ਲਈ, ਜ਼ਰੂਰੀ ਨਹੀਂ ਲੋਕ ਤੁਹਾਡੇ ਕੋਲੇ ਵੀ ਆ ਜਾਣ, ਲੋਕ ਤੁਹਾਡੇ ਤੋਂ ਡਰ ਜਾਣ। ਲੋਕ ਕਈ ਵਾਰੀ ਬੈਕਫਾਇਰ ਵੀ ਕਰ ਦਿੰਦੇ ਆ। ਚੀਜ਼ਾਂ ਕਈ ਵਾਰੀ ਬੈਕਫਾਇਰ ਵੀ ਰਾਜਨੀਤੀ ਦੇ ਵਿੱਚ ਕਰ ਜਾਂਦੀਆਂ, ਔਰ ਪੰਜਾਬੀ ਜਿਸ ਤਰੀਕੇ ਤੁਸੀਂ ਬੜੀ ਤਫਸੀਲ ਦਿੱਤੀ ਔਰ ਬੜਾ ਵੱਖ-ਵੱਖ ਹਵਾਲਿਆਂ ਦੇ ਨਾਲ ਸ਼ਰਮਾ ਜੀ ਤੁਸੀਂ ਦੱਸਿਆ ਇਹ ਚੀਜ਼ਾਂ, ਤਾਂ ਦੇਖੋ ਡਬਲ ਇੰਜਨ ਜਿੱਥੇ ਹੈਗਾ ਉੱਥੋਂ ਦੀਆਂ ਸਰਕਾਰਾਂ ਦਾ ਵੀ ਕਦੇ ਨਾ ਕਦੇ ਆਪਾਂ ਲੇਖਾ-ਜੋਖਾ ਕਰ ਲਾਂਗੇ, ਏਡੀ ਗੱਲ ਨਹੀਂ ਹੈ। ਪਰ ਫਿਰ ਵੀ ਇਹ ਅਸਲ ਦੇ ਵਿੱਚ ਇਹ ਸੰਘੀ ਢਾਂਚੇ ਦੀ ਸੰਘੀ ਘੁੱਟਣ ਹੈ। ਰਾਜਾਂ ਦੇ ਬਿਲਕੁਲ ਤੁਸੀਂ ਸਰਕਾਰ ਬਣਾਉਣੀ ਹੈ, ਇੰਦਰਾ ਗਾਂਧੀ ਬਹੁਤ ਕੁਛ ਕਰਦੀ ਰਹੀ ਹੈ, ਰਾਜਪਾਲਾਂ ਦੇ ਜ਼ਰੀਏ ਉਹਨੇ ਬਹੁਤ ਕੁਛ ਕੀਤਾ। ਕੀ ਉਹ ਸਾਰਾ ਕੁਛ ਸਥਾਈ ਰਹਿ ਗਿਆ? ਨਹੀਂ, ਚੀਜ਼ਾਂ ਹਾਂ ਬਦਲ ਗਈਆਂ, ਲੋਕਾਂ ਨੇ ਰਿਐਕਟ ਕੀਤਾ ਉਹਨੂੰ ਵੀ। ਸੋ ਇਹ ਵੀ ਬਿਲਕੁਲ ਇੱਥੇ ਵੀ ਚੀਜ਼ਾਂ ਨਹੀਂ ਰਹਿਣੀਆਂ ਇਸ ਤਰ੍ਹਾਂ। ਠੀਕ ਹੈ, ਜੇ ਡੈਮੋਕ੍ਰੇਸੀ ਕਹਿਣ ਨੂੰ ਆ ਤਾਂ ਉਹ ਇੰਪਲੀਮੈਂਟ ਹੋਣੀ ਚਾਹੀਦੀ ਹੈ, ਜੇਕਰ ਆਪਾਂ ਉਸ ਹੋਣੀ ਲਿਹਾਜ਼ ਚਾਹੀਦੀ ਦੇ ਨਾਲ ਦੇਖੀਏ ਤਾਂ। ਬਿਲਕੁਲ